ਅਜੇ ਹਨ। ਪਰੈ ਸ਼ਰਨ ਸਤਿਗੁਰ ਕੀ ਧਾਏ। ਉਹ ਸਾਰੇ ਹੀ ਦੌੜ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੈਰੀ ਪੈ ਗਏ ਹਨ। ਵਜ਼ੀਰ ਖਾਂ ਨੇ ਦੱਸਿਆ ਕਿ ਬਾਦਸ਼ਾਹ ਜਿੰਨੇ ਵੀ ਗਵਾਲੀਅਰ ਦੇ ਕਿਲ੍ਹੇ ਵਿੱਚ ਰਾਜੇ ਆ ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਏ ਹਨ। ਆਪਣਾ ਬਿਰਦ ਵਿਚਾਰਨ ਕੀਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਬਿਰਦ ਹੈ ਉਹਦੀ ਵਿਚਾਰ ਕੀਤੀ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸੁਆਮੀ ਸੰਤਾ ਸ਼ਰਨ ਪਏ ਦੀ ਸਤਿਗੁਰੂ ਜੀ ਲਾਜ ਰੱਖਦੇ ਹਨ। ਨਾਹੀ ਦੁਰਗ ਪਗ ਬਾਹਰ ਦੀਨ। ਮਹਾਰਾਜ ਜੀ ਨੇ ਇਹ ਗੱਲ ਆਖੀ ਹੈ ਵਜ਼ੀਰ ਖਾਂ ਜਾ ਕੇ ਬਾਦਸ਼ਾਹ ਨੂੰ ਦੱਸ ਦੇ ਜਿੰਨਾ ਚਿਰ ਤੱਕ ਇਹ ਰਾਜੇ ਰਿਹਾ ਨਹੀਂ ਕੀਤੇ ਜਾਂਦੇ ਅਸੀਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਇੱਕ ਵੀ ਕਦਮ ਬਾਹਰ ਨਹੀਂ ਜਾਵਾਂਗੇ। ਜੇਕਰ ਇਹ ਸਗਰ ਛੁੱਟ ਜਾਏ। ਜੇ ਇਹ ਸਾਰੇ ਛੁੱਟ ਜਾਂਦੇ ਆ ਜਿੰਨੇ ਵੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਆ ਜੇ ਇਹ ਸਾਰੇ ਹੀ ਰਾਜੇ ਇੱਥੋਂ ਛੁੱਟ ਜਾਂਦੇ ਹਨ ਤੋ ਹਮਰੋ ਚਲਬ ਬਨ ਆਏ। ਫੇਰ ਸਾਡਾ ਜਾਣਾ ਬਣਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਹ ਗੱਲ ਆਖੀ ਆ ਜੇ ਤਾਂ ਇਹ 52 ਰਾਜੇ ਰਿਹਾ ਹੋ ਜਾਂਦੇ ਹਨ ਫੇਰ ਹੀ ਸਾਡਾ ਇਸ ਕਿਲ੍ਹੇ ਨੂੰ ਛੱਡ ਕੇ ਜਾਣਾ ਬਣਦਾ ਹੈ। ਨਾਹੇ ਤਾਂ ਬੈਠੇ ਹਮ ਇਸ ਥਾਨ। ਜੇ ਇਹ ਰਾਜੇ ਰਿਹਾ ਨਹੀਂ ਹੁੰਦੇ ਤੇ ਫਿਰ ਅਸੀਂ ਇਸੇ ਥਾਂ ਬੈਠੇ ਰਵਾਂਗੇ ਭਾਵ ਇਸ ਕਿਲ੍ਹੇ ਦੇ ਵਿੱਚੋਂ ਅਸੀਂ ਬਾਹਰ ਨਹੀਂ ਜਾਵਾਂਗੇ। ਸਿਮਰਹਿ ਸ੍ਰੀ ਗੁਰੂ ਨਾਨਕ ਨਾਮ। ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਖੁਦ ਭਗਵਾਨ ਆ ਬਸ ਉਹਦੇ ਸਿਮਰਨ ਵਿੱਚ ਹੀ ਲੀਨ ਰਹਾਂਗੇ। ਸੁਨਤ ਬਾਦਸ਼ਾਹ ਨੇ ਹਿਰਦੇ ਵਿਚਾਰੀ। ਵਜ਼ੀਰ ਖਾਂ ਨੇ ਸਾਰੀ ਗੱਲ ਸਤਿਗੁਰੂ ਮਹਾਰਾਜ ਜੀ ਦੀ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਦੱਸੀ ਹੈ। ਬਾਦਸ਼ਾਹ ਫਿਰ ਆਪਣੇ ਹਿਰਦੇ ਵਿੱਚ ਵਿਚਾਰ ਕਰਦਾ ਹੈ। ਕਰੇ ਮੁਹਿੰਮ ਲੱਗਿਓ ਧਨ ਭਾਰੇ। ਉਹ ਕਹਿੰਦਾ ਹੈ ਕਿ ਵਜ਼ੀਰ ਖਾਂ ਇਹਨਾਂ ਰਾਜਿਆਂ ਨੂੰ ਫੜਨ ਵਾਸਤੇ ਬੜੀ ਮੁਹਿੰਮ ਚਲਾਉਣੀ ਪਈ ਅਤੇ ਖਰਚ ਵੀ ਬਹੁਤ ਹੋਇਆ ਹੈ। ਇਹ ਜਿਹੜੇ ਰਾਜੇ ਆ ਇਹਨਾਂ ਨੂੰ ਫੜਨ ਵਾਸਤੇ ਬਹੁਤ ਭਾਰੀ ਧਨ ਖਰਚ ਹੋਇਆ ਹੈ। ਮਾਰਿਓ ਬਿਰੰਦ ਲਸਕਰ ਤਿਸ ਕਾਲ। ਜਦੋਂ ਇਹਨਾਂ ਨੂੰ ਫੜਨ ਵਾਸਤੇ ਫੌਜਾਂ ਚਾੜੀਆਂ ਸਨ ਲਸ਼ਕਰ ਚਾੜੇ ਸਨ ਅਤੇ ਸਾਡੀਆਂ ਫੌਜਾਂ ਦਾ ਵੀ ਬਹੁਤ ਇਹਨਾਂ ਨੇ ਨੁਕਸਾਨ ਕੀਤਾ ਸੀ। ਤਬ ਪਕਰ ਦੁਰ ਬ੍ਰਿਤ ਮਹਿਪਾਲ। ਅਤੇ ਫੇਰ ਖੋਟੇ ਦਿਲ ਵਾਲੇ ਇਹ ਜਿਹੜੇ ਰਾਜੇ ਆ ਨਾ ਫੇਰ ਪਕੜੇ ਸਨ। ਇਹਦੇ ਵਾਸਤੇ ਬਹੁਤ ਖਰਚ ਕੀਤਾ ਗਿਆ ਹੈ। ਉਹ ਹੈ ਮਵਾਸੀ ਦੇਸ਼ ਬਗਾਰੇ। ਜੇ ਹੁਣ ਇਹਨਾਂ ਨੂੰ ਛੱਡ ਦਿੱਤਾ ਆਕੀ ਬਣ ਜਾਣਗੇ ਦੇਸ਼ ਵਿੱਚ ਵਿਗਾੜ ਪੈਦਾ ਕਰਨਗੇ ਇਹ ਬਗਾਵਤ ਪੈਦਾ ਕਰਨਗੇ। ਲੋਟ ਕੋਟ ਮਮ ਨਗਰ ਉਜਾਰੇ। ਬਾਦਸ਼ਾਹ ਜਹਾਂਗੀਰ ਕਹਿੰਦਾ ਹੈ ਕਿ ਵਜ਼ੀਰ ਖਾਂ ਇਹਨਾਂ ਨੂੰ ਕਿਵੇਂ ਛੱਡ ਦੇਈਏ। ਜੇ ਇਹਨਾਂ ਨੂੰ ਛੱਡ ਦਿੱਤਾ ਤਾਂ ਬੜੀ ਧੂੜ ਮਚਾਉਣਗੇ ਨਗਰਾਂ ਨੂੰ ਲੁੱਟ ਪੁੱਟ ਕੇ ਬਰਬਾਦ ਕਰ ਦੇਣਗੇ। ਅਣਕ ਜਤਨ ਤੇ ਬਲ ਬਹੁ ਲਾਏ। ਇਹਨਾਂ ਨੂੰ ਕਾਬੂ ਕਰਨ ਵਾਸਤੇ ਬਹੁਤ ਬਲ ਲਾਇਆ ਹੈ ਬੜੀ ਤਾਕਤ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਹੈ। ਦੁਸ਼ਟ ਮਹੀਪਤ ਤਬ ਪਕੜਾਏ। ਫੇਰ ਜਾ ਕੇ ਜਿਹੜੇ 52 ਰਾਜੇ ਆ ਨਾ ਇਹਨਾਂ ਨੂੰ ਪਕੜਿਆ ਹੈ ਬੜੀ ਮੁਸ਼ਕਿਲ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਹੈ। ਕੈਮ ਸ਼ੋਰਨ ਅਬ ਇਨ ਕੋ ਹੋਏ। ਬਾਦਸ਼ਾਹ ਜਹਾਂਗੀਰ ਕਹਿੰਦਾ ਵੀ ਹੁਣ ਇਹਨਾਂ ਨੂੰ ਕਿਵੇਂ ਛੱਡ ਦਿੱਤਾ ਜਾਏ। ਇਹ ਜਿਹੜੇ 52 ਰਾਜੇ ਆ ਇੰਨੀ ਮੁਸ਼ਕਿਲ ਦੇ ਨਾਲ ਫੜੇ ਆ ਹੁਣ ਇਹਨਾਂ ਨੂੰ ਕਿਵੇਂ ਛੱਡਣਾ ਬਣਦਾ ਹੈ। ਦੰਡ ਉਚਤ ਅਪਰਾਧੀ ਜੋਏ। ਇਹ ਤਾਂ ਦੰਡ ਦੇ ਧਾਰਨੀ ਨੇ ਇਹਨਾਂ ਨੂੰ ਉਚਿਤ ਸਜ਼ਾ ਦੇਣੀ ਬਣਦੀ ਹੈ।
ਇਹਨਾਂ ਨੇ ਬਹੁਤ ਅਪਰਾਧ ਕੀਤੇ ਹਨ। ਨਿਕਸ ਕੈਦ ਤੇ ਪਾਏ ਫਤੂਰ। ਬਾਦਸ਼ਾਹ ਕਹਿੰਦਾ ਵਜ਼ੀਰ ਖਾਂ, ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਵੀ ਅਸੀਂ ਕਿਲੇ ਵਿੱਚੋਂ ਬਾਹਰ ਨਹੀਂ ਆਉਣਾ, ਇਹਨਾਂ ਰਾਜਿਆਂ ਨੂੰ ਰਿਹਾ ਕਰ ਦਿਓ। ਬੜੀ ਮੁਸ਼ਕਲ ਦੇ ਨਾਲ ਇਹਨਾਂ ਰਾਜਿਆਂ ਨੂੰ ਕਾਬੂ ਕੀਤਾ। ਜੇ ਹੁਣ ਛੱਡ ਦਿੰਦੇ ਆ, ਬਾਹਰ ਜਾ ਕੇ ਕੈਦ ਵਿੱਚੋਂ ਬੜਾ ਫਤੂਰ ਮਚਾਉਣਗੇ ਤੇ ਬਹੁਤ ਫੇਰ ਅਪਰਾਧ ਕਰਨਗੇ। ਰਾਵਰ ਕੇਤਕ ਦੇਸ ਮਲਾਵਹਿ ਧੂਰ। ਪਤਾ ਨਹੀਂ ਕਿੰਨੇ ਦੇਸ਼ ਕਿੰਨੇ ਇਲਾਕੇ ਆ ਲੁੱਟ ਫੁੱਟ ਕੇ ਬਰਬਾਦ ਕਰਕੇ ਉਹਨਾਂ ਨੂੰ ਮਿੱਟੀ ਵਿੱਚ ਮਿਲਾ ਦੇਣਗੇ। ਸੋਨ ਵਜ਼ੀਰ ਖਾਂ ਗਿਰਾ ਉਚਾਰੀ। ਵਜ਼ੀਰ ਖਾਂ ਨੇ ਬਾਦਸ਼ਾਹ ਜਹਾਂਗੀਰ ਦੇ ਪਾਸੋਂ ਇਹ ਗੱਲ ਸੁਣੀ ਤਾਂ ਫਿਰ ਉਹ ਆਪਣੀ ਗੱਲ ਕਰਨ ਲੱਗਾ ਹੈ ਕਿ ਰਾਵਰ ਕੋ ਪ੍ਰਤਾਪ ਹੈ ਭਾਰੀ। ਬਾਦਸ਼ਾਹ ਤੁਸੀਂ ਡਰੋ ਨਾ, ਤੁਹਾਡਾ ਵੀ ਬੜਾ ਪ੍ਰਤਾਪ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਹਾਰਾਜ ਬਹੁਤ ਵੱਡੇ ਪ੍ਰਤਾਪ ਵਾਲੇ ਨੇ, ਪਰ ਤੁਹਾਡਾ ਰਾਜ ਭਾਗ ਵੀ ਬੜਾ ਹੈ। ਕੋ ਜੋਰ ਕੋ ਅਰੈ ਨ ਆਗੇ। ਬਹੁਤੇ ਜ਼ੋਰ ਦੇ ਨਾਲ ਛੇਤੀ ਕੀਤਿਆਂ ਕੋਈ ਦੁਸ਼ਮਣ ਤੁਹਾਡੇ ਤੋਂ ਅੱਗੇ ਨਹੀਂ ਲੰਘੇਗਾ। ਸੁਣਹਿ ਨਾਮ ਤੋ ਦੁਸ਼ਮਣ ਭਾਗੇ। ਦੁਸ਼ਮਣ ਤਾਂ ਬਾਦਸ਼ਾਹ ਦਾ ਨਾਮ ਸੁਣ ਕੇ ਹੀ ਭੱਜ ਜਾਂਦੇ ਹਨ। ਤੁਮ ਤਨ ਕੀ ਕਰ ਖੈਰ ਖੁਦਾਏ। ਤੁਸੀਂ ਆਪਣੇ ਤਨ ਵੱਲ ਧਿਆਨ ਕਰੋ ਕਿ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰਨ। ਤੁਸੀਂ ਆਪਣੇ ਸਰੀਰ ਦੇ ਬਾਰੇ ਸੋਚੋ। ਇਸ ਕੇ ਸਾਮਨ ਹੈ ਵਸਤੂ ਕਾਏ। ਇਸ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਆ। ਸਰੀਰ ਤੰਦਰੁਸਤ ਆ ਤੇ ਮਨੁੱਖ ਦੇ ਕੋਲ ਸਾਰਾ ਕੁਝ ਹੀ ਹੈ। ਜੀਵਨ ਲਗ ਹੈ ਸਕਲ ਸਮਾਜ। ਇਹ ਜਿੰਨਾ ਵੀ ਸਮਾਜ ਹੈ ਨਾ, ਇਹ ਸਾਰਾ ਜੀਵਨ ਦੇ ਨਾਲ ਜੁੜਿਆ ਹੈ। ਜੇ ਤੰਦਰੁਸਤੀ ਹੈ ਤੇ ਸਾਰੇ ਸਮਾਜ ਵਿੱਚ ਹੀ ਤੁਹਾਡੀ ਗੱਲ ਚੱਲੇਗੀ। ਦੇਸ ਕੋਸ਼ ਸੈਨ ਸਭ ਰਾਜ। ਦੇਸ਼ ਵੀ ਤੁਹਾਡਾ ਹੋਵੇਗਾ, ਸੈਨਾ ਵੀ ਤੁਹਾਡੀ ਹੋਵੇਗੀ, ਸਾਰਾ ਰਾਜ ਭਾਗ ਤੁਹਾਡਾ ਹੀ ਚੱਲੇਗਾ। ਨਿਜ ਸਰੀਰ ਕੀ ਕੁਸ਼ਲ ਵਿਚਾਰੋ। ਤੁਸੀਂ ਆਪਣੇ ਸਰੀਰ ਦੀ ਸੁਖ ਸ਼ਾਂਤੀ ਦੇ ਵਾਸਤੇ ਬਸ ਇਹੀ ਵਿਚਾਰ ਕਰੋ। ਅਪਰ ਨ ਰਿਦੇ ਕਛੂ ਤੁਮ ਧਾਰੋ। ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਐਵੇਂ ਹੋਰ ਗੱਲਾਂ ਆਪਣੇ ਮਨ ਵਿੱਚ ਨਾ ਲਿਆਓ। ਨਾਰ ਤਨ ਦੁਰਲਭ ਪੁਨ ਅਸ ਹੋਣ। ਇਹ ਜਿਹੜਾ ਤਨ ਉਸ ਮਾਲਕ ਨੇ ਦਿੱਤਾ ਇਹ ਬੜਾ ਦੁਰਲਭ ਹੈ, ਜਿਹੜਾ ਮਨੁੱਖਾ ਸਰੀਰ ਉਸ ਮਾਲਕ ਨੇ ਦਿੱਤਾ ਹੈ। ਜਹਾਂ ਪਨਾਹ ਸਕਲ ਸੁਖ ਪਾਉਣ। ਜਹਾਂ ਪਨਾਹ, ਜੇ ਉਸ ਖੁਦਾ ਦੇ ਨਾਲ ਜੁੜੇ ਰਹੀਏ ਹਰ ਥਾਂ 'ਤੇ ਹੀ ਫਿਰ ਮਾਲਕ ਸੁੱਖਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਇਹ ਫਰੇਬ ਸਭ ਚੰਦੂ ਕਰੇ। ਹੁਣ ਵਜ਼ੀਰ ਖਾਂ ਬਹੁਤ ਸਿਆਣਾ ਕਰਮਚਾਰੀ ਹੈ। ਕਹਿੰਦਾ ਬਾਦਸ਼ਾਹ ਅਸਲ ਵਿੱਚ ਸਾਰਾ ਜਿਹੜਾ ਫਰੇਬ ਆ ਨਾ, ਇਹ ਇਸ ਚੰਦੂ ਪਾਪੀ ਦਾ ਹੀ ਕੀਤਾ ਹੋਇਆ ਜੋ ਇਸ ਵੇਲੇ ਸਾਡੇ ਸਾਹਮਣੇ ਸਮੱਸਿਆ ਬਣ ਗਈ ਹੈ। ਦੁਰਗ ਜੋ ਅਸਮਹਿ ਸਤਿਗੁਰ ਬਾਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਵੀ ਭੇਜਣ ਵਾਲਾ ਇਹ ਚੰਦੂ ਪਾਪੀ ਆ। ਇਹਨੇ ਹੀ ਸਾਰੀ ਵਿਉਂਤ ਬਣਾ ਕੇ ਭੇਜਿਆ ਹੈ। ਅਬ ਤੋ ਕਰਨ ਬਣਤ ਹੈ ਤੈਸੇ। ਹੁਣ ਤਾਂ ਐਸੇ ਹੀ ਬਣਤ ਬਣਦੀ ਆ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਕਿਹਾ ਹੈ। ਸ਼੍ਰੀ ਹਰਗੋਬਿੰਦ ਉਚਰੇ ਜੈਸੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਵੀ ਉਹਨਾਂ ਨੇ ਉਚਾਰਨ ਕੀਤਾ, ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਵਿੱਚੋਂ ਬਚਨ ਕੀਤਾ, ਹੁਣ ਉਹਨਾਂ ਦਾ ਬਚਨ ਸਤ ਬਚਨ ਕਹਿ ਕੇ ਸਾਨੂੰ ਮੰਨਣਾ ਚਾਹੀਦਾ ਹੈ। ਗੁਰ ਪ੍ਰਤਿਕੂਲ ਆਪ ਜਬ ਹੋਵੋ। ਜਦੋਂ ਤੁਸੀਂ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ
ਜ਼ਿੰਦਗੀ ਨੂੰ ਬਤੀਤ ਕਰੋਗੇ। ਤਰਾਸ ਵਿਸਾਲ ਨਿਸਾ ਮਹਿ ਜੋਵੋ। ਤੇ ਕਹਿਣ ਲੱਗੇ ਜਦੋਂ ਤਾਂ ਤੁਸੀਂ ਸਤਿਗੁਰਾਂ ਦੀ ਕਦੇ ਵਿਰੋਧਤਾ ਕਰਦੇ ਹੋ, ਜਦੋਂ ਨਾਲ ਰਹਿੰਦੇ ਹੋ ਫਿਰ ਸੁੱਖ, ਜਦੋਂ ਗੁਰੂ ਸਾਹਿਬ ਜੀ ਦੀ ਵਿਰੋਧਤਾ ਕਰਦੇ ਹੋ ਰਾਤ ਦੇ ਸਮੇਂ ਤੁਹਾਨੂੰ ਬਹੁਤ ਡਰ ਲੱਗਦਾ ਹੈ। ਕਰੋ ਆਪ ਜੈਸੇ ਮਨ ਭਾਵੈ। ਬਾਕੀ ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਤੁਸੀਂ ਉਸੇ ਤਰ੍ਹਾਂ ਹੀ ਕਰੋ। ਜਿਸ ਤੈ ਸੁਖ ਤੁਮਰੋ ਤਨ ਪਾਵੈ। ਜਿਸ ਕਾਜ ਕਰਨ ਦੇ ਨਾਲ ਤੁਹਾਡੇ ਤਨ ਨੂੰ ਸੁਖ ਮਿਲ ਜਾਏ। ਮਸਲਤ ਨਹੀਂ ਅਪਰ ਕੀ ਲੀਜੈ। ਹੋਰ ਐਵੇਂ ਕਿਸੇ ਦੀ ਕੋਈ ਬਹੁਤੀ ਸਲਾਹ ਜਿਹੜੀ ਆ ਉਹ ਨਾ ਲਵੋ। ਜਾਨ ਸ਼ੁਭਾ ਸ਼ੁਭ ਆਪੈ ਕੀਜੈ। ਤੇ ਆਪ ਹੀ ਤੁਸੀਂ ਕਰਨਾ ਕਰੋ ਜਿਵੇਂ ਗੁਰੂ ਸਾਹਿਬ ਜੀ ਦਾ ਹੁਕਮ ਹੈ। ਹਮ ਤੋ ਚਾਹਤ ਕੁਸ਼ਲ ਤੁਮਾਰੇ। ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਤੁਹਾਡੀ ਸੁਖ ਸ਼ਾਂਤ ਸਦਾ ਵਾਸਤੇ ਬਣੀ ਰਵੇ। ਕਾਇਆ ਰਹਿ ਸਦੀਵ ਸੁਖਾਰੇ। ਤੁਹਾਡੀ ਜਿਹੜੀ ਕਾਇਆ ਹੈ, ਤੁਹਾਡਾ ਜਿਹੜਾ ਸਰੀਰ ਆ, ਇਹ ਸਦਾ ਤੰਦਰੁਸਤ ਰਵੇ, ਸਦਾ ਤੁਹਾਡੇ ਅੰਦਰ ਤੰਦਰੁਸਤੀ ਬਣੀ ਰਵੇ। ਸੋਹਣਾ ਵਜ਼ੀਰ ਖਾਂ ਕੇ ਬਚ ਬਾਦਸ਼ਾਹੋ। ਬਾਦਸ਼ਾਹ ਨੇ ਆਪਣੇ ਸਰਕਾਰੀ ਕਰਮਚਾਰੀ ਦੇ ਪਾਸੋਂ ਇਹ ਜਿਹੜੇ ਬਚਨ ਆ ਇਹਨਾਂ ਨੂੰ ਸੁਣਨਾ ਕੀਤਾ ਹੈ। ਗਿਣਤੀ ਅਨਕ ਗਿਣਤ ਮਨ ਮਾਹੋ। ਤੇ ਮਨ ਦੇ ਵਿੱਚ ਕਈ ਗਿਣਤੀਆਂ ਕਰਦਾ ਹੈ, ਕਈ ਵਿਚਾਰਾਂ ਕਰਦਾ ਹੈ। ਕਹਿਓ ਜੇ ਕੈਦ ਵਿਖੇ ਮਹਿ ਪਾਲਾ। ਤੇ ਕਹਿੰਦਾ ਹੈ ਇਹ ਜਿਹੜੀ ਕੈਦ ਆ ਜਿੱਥੇ ਅਸੀਂ 52 ਰਾਜਿਆਂ ਨੂੰ ਕੈਦ ਕੀਤਾ ਹੈ। ਛੋੜਨ ਕੁਝ ਕਹੂੰ ਇਹ ਕਾਲਾ। ਤੇ ਜੇ ਮੈਂ ਇਹਨਾਂ ਨੂੰ ਛੱਡਣ ਦੀ ਗੱਲ ਕਰਦਾ ਹਾਂ ਕਿ ਇਹ ਰਾਜੇ ਜਿਹੜੇ ਆ ਛੱਡ ਦੇਣੇ ਚਾਹੀਦੇ ਹਨ। ਦੇ ਕਰ ਦੰਡ ਸਕਲ ਛੁੱਟ ਜਾਵੋ। ਤੇ ਇਹਨਾਂ ਨੂੰ ਕੁਛ ਦੰਡ ਦਿੱਤਾ ਜਾਏ, ਕੋਈ ਸਜ਼ਾ ਦਿੱਤੀ ਜਾਏ, ਕੋਈ ਜੁਰਮਾਨਾ ਦੇ ਕੇ ਫਿਰ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਨਹਿ ਆਗੇ ਪੁਨਰਾਰ ਉਠਾਵੋ। ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੋਂ ਇਹ ਕੋਈ ਗਲਤੀ ਇਹੋ ਜੀ ਨਾ ਕਰਨ। ਦਰਬ ਕਰੋੜਨ ਲੱਗ ਇਹ ਦੀਵੈ। ਜੇ ਤਾਂ ਕੋਈ ਧਨ ਦਿੰਦੇ ਆ ਕਰੋੜਾਂ ਰੁਪਈਆ ਤਾਂ ਫਿਰ ਇਹਨਾਂ ਨੂੰ ਛੱਡਣ ਬਾਰੇ ਸੋਚਾਂਗੇ। ਨਹਿ ਆਗੇ ਅਪਰਾਧ ਕਰੇਵੈ। ਤੇ ਇਸ ਤੋਂ ਬਾਅਦ ਅਪਰਾਧ ਵੀ ਨਾ ਕਰਨ। ਇਹ ਐਵੇਂ ਛੱਡਣ ਵਾਲੇ ਨਹੀਂ। ਲੱਖਾਂ ਕਰੋੜਾਂ ਰੁਪਈਏ ਲਾ ਕੇ ਫਿਰ ਇਹਨਾਂ ਨੂੰ ਫੜਿਆ, ਫਿਰ ਇਹਨਾਂ ਨੂੰ ਕਾਬੂ ਕੀਤਾ, ਫਿਰ ਇਹਨਾਂ ਨੂੰ ਇਸ ਕੈਦ ਵਿੱਚ ਕੈਦ ਕੀਤਾ ਗਿਆ ਹੈ। ਇਹ ਐਵੇਂ ਛੱਡਣ ਵਾਲੇ ਨਹੀਂ। ਇਹਨਾਂ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਦਾ ਕੰਮ ਆ। ਕਾਫੀ ਜੁਰਮਾਨਾ ਲਾ ਕੇ ਫਿਰ ਇਹਨਾਂ ਨੂੰ ਛੱਡਣਾ ਬਣਦਾ ਹੈ। ਤੋ ਬਾਦਸ਼ਾਹ ਜਹਾਂਗੀਰ ਆਪਣੇ ਅਹਿਲਕਾਰ ਵਜ਼ੀਰ ਖਾਂ ਦੇ ਨਾਲ ਇਹ ਗੱਲਾਂ ਕਰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਵੀ ਕਿਲ੍ਹੇ ਵਿੱਚੋਂ ਤਾਂ ਬਾਹਰ ਆਵਾਂਗੇ ਜੇ 52 ਰਾਜਿਆਂ ਨੂੰ ਕਿਲ੍ਹੇ ਦੇ ਵਿੱਚੋਂ ਰਿਹਾ ਕਰੋਗੇ। ਹੁਣ ਸੋਚਦਾ ਬੜਾ ਖਰਚ ਹੋਇਆ, ਇਸ ਮੁਹਿੰਮ ਦੇ ਉੱਤੇ ਚੜ੍ਹ ਕੇ ਗਏ ਸਾਂ, ਇਹਨਾਂ ਰਾਜਿਆਂ ਨੇ ਬੜਾ ਫਤੂਰ ਮਚਾਇਆ ਸੀ, ਛੱਡਣ ਵਾਸਤੇ ਸੋਚੀ ਪੈਂਦਾ। ਵਜ਼ੀਰ ਖਾਂ ਸਮਝਾਉਂਦਾ ਹੈ ਵੀ ਸਾਨੂੰ ਤਾਂ ਤੁਹਾਡੀ ਤੰਦਰੁਸਤੀ ਚਾਹੀਦੀ ਹੈ। ਜੇ ਤੁਸੀਂ ਸਤਿਗੁਰਾਂ ਦੀ ਮੁਖਾਲਫਤ ਕਰਦੇ ਹੋ, ਕੋਈ ਮਨ ਵਿੱਚ ਵਿਚਾਰ ਲਿਆਉਂਦੇ ਹੋ ਤੇ ਸ਼ੇਰ ਆਣ ਕੇ ਤੁਹਾਨੂੰ ਢਾਹ ਲੈਂਦੇ ਆ, ਫਿਰ ਰਾਤ ਨੂੰ ਡਰਦੇ ਜੇ। ਜੇ ਤੁਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਜੇ ਫਿਰ ਤੁਹਾਨੂੰ ਕੋਈ ਵੀ ਖਤਰਾ ਨਹੀਂ। ਤੋ ਭਲਾ ਇਸੇ ਵਿੱਚ ਆ ਜੋ ਗੁਰੂ ਸਾਹਿਬ ਜੀ ਕਹਿੰਦੇ ਆ ਉਸ ਬਚਨ ਨੂੰ ਸਤ ਬਚਨ ਕਹਿ ਕੇ ਮੰਨ ਲੈਣਾ ਚਾਹੀਦਾ ਹੈ। ਇਸ ਤੋਂ ਅੱਗੇ ਜਿਹੜਾ ਬਾਕੀ ਪ੍ਰਸੰਗ ਆ
ਉਹਦੀ ਆਪਾਂ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਵਿਚਾਰ ਕਰਾਂਗੇ, ਕਿਉਂਕਿ ਅੱਜ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਦਾ ਬਹੁਤ ਵੱਡਾ ਸ਼ਹੀਦੀ ਦਿਹਾੜਾ 13 ਪੋਹ ਵਾਲਾ ਦਿਨ ਸੰਸਾਰ ਦੇ ਕੋਨੇ-ਕੋਨੇ ਵਿੱਚ ਸੰਗਤ ਬਹੁਤ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੀ ਆ। ਕਿਧਰੇ ਪ੍ਰਭਾਤ ਫੇਰੀਆਂ ਦੇ ਰਾਹੀਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਿਧਰੇ ਨਗਰ ਕੀਰਤਨਾਂ ਦੇ ਰਾਹੀਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਿਆਂ, ਕਿਧਰੇ ਸਹਿਜ ਪਾਠ ਦੇ ਭੋਗ ਪਾਏ ਗਏ, ਔਰ ਕਿਧਰੇ ਗੁਰਮੁਖ ਸਮਾਗਮਾਂ ਦੇ ਰਾਹੀਂ ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਜੀ ਦੇ ਸਥਾਨਾਂ ਤੋਂ ਜਿਵੇਂ ਜਿਵੇਂ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਦੇ ਬਹਾਦਰ ਯੋਧੇ ਗਏ, ਉਸੇ ਤਰ੍ਹਾਂ ਉਸੇ ਭਾਵਨਾ ਦੇ ਸਹਿਤ ਬੇਅੰਤ ਮਾਈ ਭਾਈ ਸ਼ਹੀਦੀ ਜੋੜ ਮੇਲਿਆਂ ਦੇ ਵਿੱਚ ਸ਼ਾਮਲ ਹੋ ਰਹੇ ਆ। ਸੋ ਗੁਰੂ ਕੀ ਸੰਗਤ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਹਾਦਰ ਯੋਧੇ, ਜਿਨ੍ਹਾਂ ਨੂੰ ਗੰਗੂ ਪਾਪੀ ਨੇ ਫੜਵਾਇਆ ਮਾਇਆ ਦੇ 4 ਟੁਕੜਿਆਂ ਦੀ ਖਾਤਰ, ਮੋਰਿੰਡੇ ਠਾਣੇ 9 ਪੋਹ ਨੂੰ ਰੱਖਿਆ ਅਤੇ ਇਸੇ ਤਰ੍ਹਾਂ ਵਜੀਦ ਖਾਨ ਨੂੰ ਖਬਰ ਭੇਜਦੇ ਹੈ ਕਿ ਦਸ਼ਮੇਸ਼ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤ ਗੁਜਰ ਕੌਰ ਜੀ ਪਕੜੇ ਗਏ। ਵਜੀਦ ਖਾਨ ਬੜਾ ਖੁਸ਼ ਹੁੰਦਾ ਹੈ, ਚਮਕੌਰ ਦੀ ਗੜੀ ਵਿੱਚੋਂ ਹਾਰ ਕੇ ਆਇਆ ਸੀ ਔਰ ਬੜਾ ਮਾਯੂਸ ਅਤੇ ਨਿਰਾਸ਼ ਹੋ ਕੇ ਬੈਠਾ ਹੈ। ਜਦੋਂ ਖਬਰ ਮਿਲੀ ਤਾਂ ਖੁਸ਼ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਬੱਚਿਆਂ ਦੀ, ਬਜ਼ੁਰਗ ਮਾਤਾ ਦੀ ਜਾਨ ਬਚਾਉਣ ਵਾਸਤੇ ਮੇਰੇ ਸਾਹਮਣੇ ਆਉਣਗੇ, ਭੀਖ ਮੰਗਣਗੇ, ਔਰ ਹੁਕਮ ਕੀਤਾ ਵੀ ਠੰਡੇ ਬੁਰਜ ਵਿੱਚ ਇਹਨਾਂ ਨੂੰ ਕੈਦ ਕੀਤਾ ਜਾਏ। ਠੰਡੇ ਬੁਰਜ ਵਿੱਚ ਕੈਦ ਆ। ਬਾਬਾ ਮੋਤੀ ਰਾਮ ਜੀ ਕੁਝ ਖਾਂਦੇ ਨਹੀਂ, ਕੁਛ ਪੀਂਦੇ ਨਹੀਂ। ਉਹਨਾਂ ਆਖਿਆ, ਦਸ਼ਮੇਸ਼ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਅਤੇ ਮਾਤਾ ਜੀ ਠੰਡੇ ਬੁਰਜ ਵਿੱਚ ਕੈਦ ਆ, ਸਾਡੇ ਕੋਲ ਛਕਣ ਵਾਸਤੇ ਕਈ ਗਰਮ ਪਦਾਰਥ ਆ, ਰਜਾਈ ਤਲਾਈ ਲੈ ਕੇ ਅਸੀਂ ਮੋਟੇ ਕੱਪੜੇ ਲੈ ਕੇ ਸੌਂਦੇ ਹਾਂ। ਧੰਨ ਨੇ ਦਸ਼ਮੇਸ਼ ਪਾਤਸ਼ਾਹ ਜੀ ਦੇ ਲਾਲ ਜਿਹੜੇ ਸੱਥਰ ਦੇ ਉੱਤੇ ਜਿਨ੍ਹਾਂ ਨੇ ਸੌਣਾ, ਨਾ ਹੀ ਕੋਈ ਮੋਟਾ ਬਸਤਰ ਆ। ਮਾਂ ਲੱਦੋ ਨੇ ਆਖਿਆ ਫਿਰ ਸੇਵਾ ਕਰਨੀ ਚਾਹੀਦੀ ਹੈ। ਕਹਿੰਦੇ ਨੇ ਮਾਂ ਸੇਵਾ ਬੜੀ ਮਹਿੰਗੀ ਪਵੇਗੀ। ਹੁਕਮ ਆ ਵਜ਼ੀਰ ਖਾਂ ਦਾ, ਜਿਹੜਾ ਵੀ ਇਹਨਾਂ ਬੱਚਿਆਂ ਦੀ ਸੇਵਾ ਕਰੇਗਾ ਉਹਦਾ ਸਮੁੱਚਾ ਹੀ ਪਰਿਵਾਰ ਕੋਹਲੂ ਵਿੱਚ ਪੀੜ ਕੇ ਮਾਰ ਦਿੱਤਾ ਜਾਏਗਾ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਤਾ ਲੱਦੋ ਨੇ ਆਖਿਆ, ਐ ਮੋਤੀ ਰਾਮ, ਜ਼ਿੰਦਗੀ ਮਨੁੱਖ ਦੀ 4 ਦਿਨਾਂ ਦੀ ਆ। ਇਸ ਸੰਸਾਰ 'ਤੇ ਜੋ ਵੀ ਪੈਦਾ ਹੋਇਆ ਉਹਨੇ ਚਲੇ ਜਾਣਾ, ਸ਼ਹੀਦ ਕਦੇ ਮਰਦਾ ਨਹੀਂ। ਇਹ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਘਰ ਵਾਲੀ ਬੀਬੀ ਭੋਈ ਨੇ ਜਿਹੜਾ ਕੋਈ ਗਹਿਣਾ ਗੱਟਾ ਸੀ ਉਹ ਲਿਆ ਕੇ ਦਿੱਤਾ ਵੀ ਫੌਜਦਾਰ ਨੂੰ ਖਰੀਦ ਲਿਆ ਜਾਏ। 7 ਸਾਲ ਦੇ ਬੱਚੇ ਨਾਰਾਇਣੀ ਨੇ ਆਪਣੀ ਬੁਗਨੀ ਲਿਆ ਕੇ ਰੱਖ ਦਿੱਤੀ ਵੀ ਆ ਮੇਰੇ ਕੋਲ ਜਿਹੜੇ ਪੈਸੇ ਵੀ ਲੈ ਜਾਓ ਅਤੇ ਉਹਨਾਂ ਭੁੱਖੇ ਸਿਪਾਹੀਆਂ ਨੂੰ ਦੇ ਦਿਓ। ਇਸੇ ਤਰ੍ਹਾਂ ਪਹਿਰੇਦਾਰ ਰੋਕਿਓ ਜਬੈ, ਕਰ ਮਿੰਨਤ ਕੁਝ ਦੀਨੋ ਤਬੈ। ਬਾਬਾ ਮੋਤੀ ਰਾਮ ਜੀ ਨੇ ਮਿੰਨਤਾਂ ਕੀਤੀਆਂ, ਆਖਿਆ ਮੈਨੂੰ ਸਾਹਿਬਜ਼ਾਦਿਆਂ ਦੀ ਸੇਵਾ ਕਰ ਲੈਣ ਦਿਓ। ਔਰ ਉਸ ਵੇਲੇ ਪਿੱਪਲ ਵਾਲੇ ਪਾਸਿਓਂ ਪੌੜੀਆਂ ਤੋਂ ਚੜ੍ਹ ਕੇ ਅੱਧੀ ਰਾਤ ਠੰਡੇ ਬੁਰਜ ਵਿੱਚ ਗਏ। ਮਾਤਾ ਜੀ ਨੇ ਆਖਿਆ ਕੌਣ? ਕਹਿਣ ਲੱਗੇ ਮਾਤਾ ਜੀ ਮੈਂ ਤੁਹਾਡਾ ਪੁਰਾਣਾ ਸੇਵਾਦਾਰ ਹਾਂ, ਤੁਹਾਡੇ ਚਰਨਾਂ ਦਾ ਭੌਰਾ। ਸੇਵਾ ਕਰਨੀ ਹੈ ਸਾਹਿਬਜ਼ਾਦਿਆਂ ਦੀ। ਆਪਣੀ ਰਸੋਈ ਵਿੱਚੋਂ ਇਹ ਦੁੱਧ ਜਿਹੜਾ ਇਹ ਗਰਮ ਕਰਕੇ ਲਿਆਂਦਾ ਹੈ, ਸਾਹਿਬਜ਼ਾਦਿਆਂ ਨੂੰ ਛਕਾਉਣਾ। ਤਿਖ ਕਹਿ ਪ੍ਰੇਮ ਸੋ ਮੋਤੀ ਕੇਰਾ, ਮਾਤਾ ਕਹੈ ਭਲਾ ਹੋਵੇ ਤੇਰਾ। ਧਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈ ਦੁੱਧ ਪਿਲਾਇਆ। ਮੋਤੀ ਰਾਮ ਤੇਰਾ ਭਲਾ ਵੇ। ਇਹ ਸੌਖੇ ਸਮੇਂ ਜਿਹਨੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ। 10, 11 ਅਤੇ 12 ਪੋਹ ਨੂੰ ਸਾਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਆ।
ਵੱਡਾ ਦਰਵਾਜ਼ਾ ਬੰਦ ਕਰਕੇ ਛੋਟੀ ਤਾਕੀ ਖੋਲ੍ਹਦੇ ਆ ਵੀ ਝੁਕਣਗੇ ਅਤੇ ਤਾੜੀ ਮਾਰਾਂਗੇ ਵੀ ਝੁਕ ਗਏ ਆ। ਮਹਾਰਾਜ ਜੀ ਦੇ ਸਾਹਿਬਜ਼ਾਦੇ ਅਡੋਲ, ਉਹਨਾਂ ਨੇ ਸੂਬੇ ਸਰਹੱਦ ਨੂੰ ਪੈਰ ਦੀ ਜੁੱਤੀ ਦਿਖਾਈ ਅਤੇ ਗੱਜ ਕੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਜੀ ਕਹਿੰਦਾ ਇਹ ਆਨੰਦਪੁਰ ਸਾਹਿਬ ਦਾ ਦਰਬਾਰ ਨਹੀਂ, ਵਾਲੇਕੁਮ ਸਲਾਮ ਕੀਤੀ ਜਾਏ। ਵਜ਼ੀਰ ਖਾਨ ਨੇ ਬਹੁਤ ਵੱਡਾ ਝੂਠ ਬੋਲਿਆ। ਕਹਿਣ ਲੱਗਾ, ਸਾਹਿਬਜ਼ਾਦਿਓ ਪਿਤਾ ਤੁਮਾਰਾ ਗੜ ਚਮਕੌਰ ਘੇਰ ਗਹਿ ਮਾਰਾ, ਤੈ ਤੁਮਰੇ ਦੋ ਭਰਾਤ ਪ੍ਰਹਾਰੇ, ਸੰਗੀ ਸਿੱਖ ਸਗਲ ਹੈ ਮਾਰੇ। ਤੁਹਾਡੇ ਪਿਤਾ ਅਤੇ ਵੱਡੇ ਭਰਾਵਾਂ ਨੂੰ ਅਤੇ ਸਿੱਖਾਂ ਨੂੰ ਮੇਰੀਆਂ ਫੌਜਾਂ ਨੇ ਚਮਕੌਰ ਦੀ ਗੜੀ ਵਿੱਚ ਘੇਰ ਕੇ ਮਾਰ ਦਿੱਤਾ। ਚੰਗੀ ਗੱਲ ਆ, ਤੁਸੀਂ ਕਲਮਾ ਪਕੜੋ, ਇਸਲਾਮ ਧਰਮ ਦੇ ਵਿੱਚ ਆ ਜਾਓ। ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਨਿਕਾਹ ਕੀਤੇ ਜਾਣਗੇ, ਮਹੱਲ ਰਹਿਣ ਵਾਸਤੇ ਦਿੱਤੇ ਜਾਣਗੇ। ਸਾਹਿਬਜ਼ਾਦਿਆਂ ਨੇ ਆਖਿਆ, ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ, ਜਗ ਮੈਂ ਕੌਣ ਸਕੈ ਤੇ ਮਾਰਾ। ਜਿਮ ਅਸਮਾਨ ਕੋ ਕਿਆ ਕੋਈ ਮਾਰੈ, ਕੌਣ ਅੰਧੇਰੀ ਕੋ ਨਿਰਵਾਵੈ। ਸਾਡਾ ਪਿਤਾ ਤੂਫਾਨ ਦੀ ਨਿਆਈ ਅਤੇ ਅਸਮਾਨ ਹੈ। ਦੁਨੀਆ 'ਤੇ ਕੋਈ ਪੈਦਾ ਨਹੀਂ ਹੋਇਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਵੀ ਕਰ ਸਕੇ। ਵਜ਼ੀਰ ਖਾਂ, ਤੇਰੇ ਸਾਹਮਣੇ ਆ ਜਾਣ ਅਤੇ ਤੇਰੀ ਹਾਲਤ ਕੀ ਹੋਵੇਗੀ। ਵਜ਼ੀਰ ਖਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬਿਆ। ਕਚਹਿਰੀ ਵਿੱਚ ਬੈਠੇ ਲੋਕ ਗੱਲਾਂ ਕਰਦੇ ਆ, ਦਲੇਰ ਪਿਤਾ ਦੇ ਕਿੰਨੇ ਦਲੇਰ ਸਪੂਤ ਆ। ਰਤਾ ਵੀ ਡਰ ਨਹੀਂ, ਰਤਾ ਵੀ ਸ਼ਿਕਰ ਨਹੀਂ, ਮੱਥੇ ਦੇ ਉੱਤੇ ਕੋਈ ਘਬਰਾਹਟ ਨਹੀਂ, ਕਿੰਨੇ ਦਲੇਰ ਆ। ਔਰ ਭਾਈ ਦੁੰਨਾ ਸਿੰਘ ਜੀ ਹੰਡੂਰੀਆ ਕਥਾ ਗੁਰੂ ਕੇ ਸੁਤਨ ਕੀ, ਉਹ ਆਪਣੀ ਪੁਸਤਕ ਵਿੱਚ ਲਿਖਦਾ ਹੈ ਵੀ ਤੂਤ ਦੀਆਂ ਸ਼ਮਕੀਆਂ ਖਮਚੀਆਂ ਮੰਗਵਾਈਆਂ। ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਬੜੀ ਬੁਰੀ ਤਰ੍ਹਾਂ ਕੁੱਟਿਆ। ਔਰੰਗਜ਼ੇਬ ਵਜ਼ੀਰ ਖਾਂ ਦੇ ਸਿਪਾਹੀਆਂ ਨੇ ਬਹੁਤ ਉਹਨਾਂ ਦੇ ਲੱਕ ਦੇ ਵਿੱਚ ਕੋਰੜੇ ਮਾਰੇ, ਤੂਤ ਦੀਆਂ ਸ਼ਮਕੀਆਂ ਮਾਰ ਕੇ ਮਾਨੋ ਜਿਵੇਂ ਸਰੀਰ ਦੇ ਵਿੱਚੋਂ ਮਾਸ ਉੱਭਰਦਾ ਹੈ। ਪਰ ਧੰਨ ਨੇ ਗੁਰੂ ਕੇ ਲਾਲ। ਆਖਿਆ, ਮਾਤਾ ਜੀ ਅਸੀਂ ਰਤਾ ਵਿੱਚ ਝਿਜਕੇ ਨਹੀਂ, ਕਿਉਂਕਿ ਤੁਸੀਂ ਸਾਨੂੰ ਪਾਠ ਪੜ੍ਹਾਇਆ। ਹਮਰੇ ਬੰਸ ਰੀਤ ਇਮ ਆਈ, ਸੀਸ ਦਿਆ ਪਰ ਸਿਰ ਨ ਜਾਏ। ਆਖਿਆ, ਮਾਂ ਧਨ ਭਾਗ ਹਮਰੇ ਹੈ ਮਾਈ, ਧਰਮ ਹੇਤ ਤਨ ਜੇ ਕਰ ਜਾਏ। ਸਾਡੇ ਵੱਡੇ ਭਾਗ ਹੋਣਗੇ ਜੇ ਦੇਸ਼ ਕੌਮ ਦੇ ਲੇਖੇ ਇਹ ਸਾਡਾ ਸਰੀਰ ਲੱਗ ਜਾਏ। ਮਾਤਾ ਜੀ ਨੇ ਉਸ ਵੇਲੇ ਬੱਚਿਆਂ ਨੂੰ ਸਾਰੀ ਰਾਤ ਆਪਣੀ ਗੋਦ ਵਿੱਚ ਲੈ ਕੇ ਬਾਣੀ ਦਾ ਪਾਠ ਪੜ੍ਹਾਇਆ। ਆਪਣੇ ਦਾਦਿਆਂ ਬਾਬਿਆਂ ਦੀਆਂ ਕਥਾ ਕਹਾਣੀਆਂ ਸਰਵਣ ਕਰਵਾਈਆਂ, ਗੁਰੂ ਦੇ ਇਤਿਹਾਸ ਨਾਲ ਜੋੜਿਆ, ਨਾਮ ਸਿਮਰਨ ਕੀਤਾ, ਰੱਬ ਦੀ ਰਜ਼ਾ ਵਿੱਚ ਰਹਿਣ ਦਾ, ਭਾਣੇ ਵਿੱਚ ਰਹਿਣ ਦਾ ਮਾਤਾ ਜੀ ਨੇ ਪਾਠ ਪੜ੍ਹਾਇਆ। ਅਗਲੇ ਦਿਨ ਫੇਰ ਪੇਸ਼ੀ ਹੁੰਦੀ ਹੈ ਅਤੇ ਉਸ ਵੇਲੇ ਉਹੀ ਘੜਿਆ ਘੜਾਇਆ ਸਵਾਲ। ਵਜ਼ੀਰ ਖਾਂ ਕਹਿੰਦਾ ਹੈ, ਸ਼ੇਰ ਮੁਹੰਮਦ ਖਾਂ ਨਵਾਬ ਮਲੇਰ ਕੋਟਲਾ, ਆਹ ਬੱਚੇ ਅਸੀਂ ਤੁਹਾਡੇ ਹਵਾਲੇ ਕਰ ਦਿੰਦੇ ਹਾਂ, ਕਿਉਂਕਿ ਤੁਹਾਡੇ ਭਰਾ ਨਾਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਮਾਰਿਆ। ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਾ। ਉਹਨੇ ਆਖਿਆ, ਬਦਲਾ ਹੀ ਲੈਣਾ ਹੋਗਾ ਤੋ लेंगे हम बाप से, महफूज रखे हमको खुदा, ऐसे पाप से तोबा। ਇਹ ਬਹੁਤ ਵੱਡਾ ਪਾਪ ਆ। ਜੇ ਮੇਰੇ ਵਿੱਚ ਹਿੰਮਤ ਹੋਵੇਗੀ ਅਤੇ ਦਸ਼ਮੇਸ਼ ਪਾਤਸ਼ਾਹ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਲੜਾਂਗਾ। ਬੱਚਿਆਂ ਨੂੰ ਮਾਰਨਾ, ਸ਼ੀਰ ਖੋਰ ਬੱਚੇ, ਇਹ ਬਹੁਤ ਵੱਡਾ ਪਾਪ ਕਰਮ ਆ। ਕੁਝ ਸਮਾਂ ਉਹਦੀ ਕਚਹਿਰੀ ਵਿੱਚ ਸਾਰੇ ਚੁੱਪ ਹੋ ਗਏ। ਇਤਿਹਾਸ ਦੱਸਦਾ ਵੀ ਥੋੜ੍ਹਾ ਜਿਹਾ ਨਰਮ ਹੋਇਆ। ਸੁੱਚਾ ਨੰਦ ਨੂੰ ਪੁੱਛਦਾ ਵਜ਼ੀਰ ਖਾਂ, ਕੀ ਬੱਚੇ ਛੱਡ ਦੇਣੇ ਚਾਹੀਦੇ ਹੈ?
ਇਹਨੂੰ ਸੰਗਤਾਂ ਝੂਠਾ ਆਨੰਦ ਆਉਂਦੀਆਂ ਨੇ, ਕਿਉਂਕਿ ਇਹਦੇ ਕਰਮ ਬੜੇ ਮਾੜੇ ਆ। ਕਹਿਣ ਲੱਗਾ, ਵੇਖੋ ਵਜ਼ੀਰ ਖਾਂ ਜੀ, ਤੁਸੀਂ ਕਿਹੜੀ ਸੋਚ ਵਿੱਚ ਪੈ ਗਏ, ਮੈਂ ਹੁਣੇ ਤੁਹਾਨੂੰ ਦੱਸਦਾ। ਉਹਨੇ ਖਿਡੌਣੇ ਰੱਖੇ, ਸਾਹਿਬਜ਼ਾਦਿਆਂ ਨੇ ਹੱਥ ਨਹੀਂ ਲਾਇਆ। ਹਥਿਆਰ ਰੱਖੇ, ਸਾਹਿਬਜ਼ਾਦਿਆਂ ਨੇ ਪਕੜੇ। ਉਹ ਕਹਿੰਦਾ, ਕੀ ਕਰੋਗੇ? ਕਹਿੰਦੇ, ਅਸੀਂ ਜੰਗਲਾਂ 'ਚ ਜਾਵਾਂਗੇ, ਸਿੰਘਾਂ ਨੂੰ ਇਕੱਤਰ ਕਰਾਂਗੇ। ਫਿਰ ਕੀ ਕਰੋਗੇ? ਜ਼ੁਲਮ ਦਾ ਨਾਸ਼ ਕਰਾਂਗੇ। ਵਜ਼ੀਰ ਖਾਂ ਵਰਗੇ ਜਿਹੜੇ ਲੋਕ ਪਾਪ ਕਰਮ ਕਰਦੇ ਆ, ਇਹਨਾਂ ਲੋਕਾਂ ਦਾ ਸਿਰ ਲਾਵਾਂਗੇ। ਸੁੱਚਾਨੰਦ ਕਹਿੰਦਾ, ਵੇਖੋ ਜੀ, ਬਾਗੀ ਨੇ ਤੁਮਿਓ ਤਰਬੂਜ ਨਾ ਹੁੰਦੇ, ਭਾਵੇਂ ਲੱਖ ਪਿਉਂਦਾ ਲਾਈਏ। ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੈਮਣ ਖੰਡਾ ਪਾਈਏ। ਸੱਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ, ਭਾਵੇਂ ਚੁਲੀਆਂ ਪਰ ਦੁੱਧ ਪਿਲਾਈਏ। ਇਹ ਸਪੋਲੀਏ ਨੇ, ਸੱਪ ਦੇ ਬੱਚੇ ਆ। ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਰਕਾਰ ਦਾ ਨੱਕ ਦੇ ਵਿੱਚ ਦਮ ਕੀਤਾ। 10 ਲੱਖ ਦੀ ਫੌਜ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਨਹੀਂ ਸਕੇ। ਇਹ ਬੱਚੇ ਬਚ ਗਏ ਅਤੇ ਸਰਕਾਰ ਦਾ ਜੀਣਾ ਹਰਾਮ ਕਰ ਦੇਣਗੇ। ਇਸ ਪਾਪੀ ਨੇ ਬਾਗੀ ਉਸ ਵੇਲੇ ਕੁਬਾ ਦਿੱਤੇ। ਕਾਜੀ ਨੇ ਫਤਵਾ ਘੜਿਆ, ਬੱਚਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਸਿਪਾਹੀ ਲੈ ਕੇ ਜਾਂਦਾ ਅਤੇ ਕਹਿੰਦਾ, ਬਸ ਆਖਰੀ ਰਾਤ ਆ, ਜੇ ਸਮਝਾ ਸਕਦੇ ਹੋ ਤਾਂ ਬੱਚਿਆਂ ਨੂੰ ਇਸਲਾਮ ਧਰਮ ਦੇ ਵਿੱਚ ਲੈ ਆਓ। ਮਾਤਾ ਜੀ ਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ। ਸੀਤਲ ਸਾਹਿਬ ਜੀ ਲਿਖਦੇ ਆ, ਉਹਨਾਂ ਦੇ ਕੋਲ ਜਿਹੜੇ ਥੋੜ੍ਹੇ ਜਿਹੇ ਕੱਪੜੇ ਸੀ, ਉਹਦੇ ਵਿੱਚ ਨਵੇਂ ਨੀਲੇ ਰੰਗ ਦੇ ਚੋਲੇ ਆ, ਉਹ ਗਲ ਪਵਾਏ ਨੇ ਅਤੇ ਕੇਸਾਂ ਦੇ ਨਾਲ ਬੱਚਿਆਂ ਦੇ ਜਿਹੜੇ ਕੰਘੇ ਆ, ਕੰਘੇ ਦੇ ਨਾਲ ਕੇਸਾਂ ਨੂੰ ਸਾਫ਼ ਕੀਤਾ। ਆਵਾਜ਼ ਪੈਂਦੀ ਹੈ। ਅਤੇ ਕਿਧਰੇ ਜੀਤੋ ਰਾਣੀ ਜਿਹੜੀ ਨੂੰਹ ਸੀ, ਪੌਣੇ 2 ਸਾਲ ਦੀ ਉਮਰ ਸੀ ਜਦੋਂ ਬਾਬਾ ਫਤਿਹ ਸਿੰਘ ਜੀ ਦਾ ਜਨਮ ਸੀ। ਛੋਟੇ ਹੁੰਦਿਆਂ ਅਤੇ ਮਾਤਾ ਜੀਤੋ ਜੀ ਰੱਬ ਨੂੰ ਪਿਆਰੇ ਹੋ ਗਏ। ਆਖਿਆ, ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ, ਚੰਨ ਨਾਲੋਂ ਸੋਹਣੇ ਲੱਗਦੇ ਨੇ ਤੇਰੇ ਤਾਰੇ। ਮੈਂ ਤੇਰੇ ਪੁੱਤਰਾਂ ਨੂੰ ਲਾੜੀ ਮੌਤ ਦੇ ਨਾਲ ਵਿਆਹੁਣ ਵਾਸਤੇ ਤਿਆਰ ਕਰ ਲਿਆ। ਤੂੰ ਆਣ ਕੇ ਦੇਖ, ਤੇਰੇ ਪੁੱਤਰ ਕਿੰਨੇ ਸੋਹਣੇ ਫੱਬਦੇ ਆ। ਸਿਪਾਹੀ ਆਵਾਜ਼ ਮਾਰਦਾ ਅਤੇ ਬਚਨ ਕਰਦੇ ਨੇ, ਜਾਨੇ ਸੇ ਪਹਿਲੇ ਆਓ, गले से लगा तो लूँ, केसों को कंघी कर दूँ, जरा मुँह को तलाते लूँ, प्यारे सरों पे नन्ही सी कलगी सजा तो लूँ, मरने से पहले तुमको दूल्हा बना तो लूँ। माता जी ने बच्चों के केस साफ किए और सुंदर दस्तारां सजाइयां ते कचहरी वाल नूं तोरिया। अज दा जिहड़ा दिन आ 13 पोह दा पौने 11 ਵਜੇ ਕਾਰਵਾਈ ਆਰੰਭ ਹੋਈ। ਫਿਰ ਬੱਚਿਆਂ ਦੇ ਨਾਲ ਉਹੀ ਸਵਾਲ, ਉਹਨਾਂ ਦਾ ਜਵਾਬ ਇਹ ਸੀ, ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ, ਸ਼ੀਸ਼ ਦਿੱਲਾ ਦਿਸ ਦਿੱਲੀ ਜਾ ਕੇ ਅਸੀਂ ਉਸ ਦਾਦੇ ਦੇ ਪੋਤੇ। ਔਰ ਕੰਧ ਛਾਤੀ ਤੱਕ ਆਉਂਦੀ ਡਿੱਗ ਪੈਂਦੀ ਹੈ, ਬੇਹੋਸ਼ ਹੋ ਜਾਂਦੇ ਹੈ। ਸ਼ਾਸਲ ਬੇਗ ਅਤੇ ਬਾਸ਼ਲ ਬੇਗ ਫਿਰ ਪੁੱਛਦੇ ਆ ਅਤੇ ਜਵਾਬ ਇਹ ਸੀ, ਸਾਡੀ ਮੰਜ਼ਿਲ ਦਾ ਰਾਹ ਨਾ ਰੋਕ ਕਾਤਲ, ਵਾਰ ਤੇਗ ਦਾ ਸਗੋਂ ਛਲਾ ਛੇਤੀ। ਦਾਦੀ ਵਿਦਾ ਕੀਤੇ ਦਾਦਾ ਰਾਹ ਤੱਕੇ, ਤੂੰ ਵੀ ਆਪਣਾ ਫਰਜ਼ ਨਿਭਾ ਛੇਤੀ। ਜਿਹੜਾ ਕਿਸੇ ਦੇ ਰਾਹ ਦਾ ਬਣੇ ਰੋੜਾ, ਉਹਨੂੰ ਦੋਸ਼ ਕੀ ਮਿਲੇ ਸਜ਼ਾ ਛੇਤੀ। ਤੁਹਾਡੀ ਫਤਿਹ ਥੀ ਸਾਡੀ ਫਤਿਹ ਹੋਣੀ, ਜਾਈਏ ਫਤਿਹ ਸਰਹੰਦ 'ਤੇ ਪਾ ਛੇਤੀ। सच को मिटाओगे तो मिटोगे जहान से, डरता नहीं है अकाल किसी शहनशाह की शान से। ऐ पापियो सच कदे मिटदा नहीं, हमेशा सच की जित हुंदी है, आखिर तुहाडी हानि होवेगी। महाराज जी दे साहिबजादे होश विच आउंदे आ, छाती उपर गोडे रख के शासल बेग ते बाशल बेग इन्हां जलादां ने ਉਹਨਾਂ ਦੀਆਂ ਸ਼ਾਹ ਰਗ ਦੀਆਂ ਨਾਲੀਆਂ ਨੂੰ ਕੱਟਿਆ। ਫਿਰ ਬਾਅਦ ਤਲਵਾਰ ਦੇ ਨਾਲ ਦੋਵਾਂ ਦੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।
सूरा सो पहचानिए जो लरै दीन के हेत, पुरजा पुरजा काट मरै कबहू ना छाड़ै खेत। भाई दुन्ना सिंह जी लिखते आ, बाबा फतेह सिंह जी अद्धी घड़ी का समा कोई 12.5 मिनट उन्होंने चरण हिलते रहे। शरीर विचों हौली हौली सुआसे निकले ने। और इस तरह बाबा जोरावर सिंह जी उन्होंने कोई 2.5 ਤੋਂ 3 मिनट का समा लग्या। उन्होंने बचन सन, हम जान दे के औरों की जाने बचा चले, और गुरियाई का है किस्सा जहाँ में बना चले, सिंहों की सल्तनत का है पौधा लगा चले। गुरियाई का ताजो तख्त अब कौम पाएगी, जालमों की निशा तक अब कौम मिटाएगी। उन्होंने अपने ये खून का, उन्होंने अपने शरीर दे विचों लहू डोलिया नीਹਾਂ ਦੇ ਵਿੱਚ, ਤੇ ਅੱਜ ਉਹਨਾਂ ਨੇ ਸਮੁੱਚੀ ਕੌਮ ਨੂੰ ਅੱਜ महान सरदारियां बख्शिश कीतियां। ये दशमेश पातशाह जी के साहिबजादियां की बदौलत आ। तो समूह संगत माई भाई दशमेश पातशाह महाराज जी के महान साहिबजादियां माता जी के चरणों, शहीदों के चरणों में असीं सदा ही प्रणाम करते हैं, जिन्हों ने देश कौम के वास्ते लामिसाल बहुत वड्डी कुर्बानी की आ। संसार हमेशा उन्हों का ऋणी आ। बाबा बंदा सिंह जी बहादुर आए, उन्होंने बाद विच सारे पापियां नूं सोधा लाया। जोगी जी इसके बाद हुई थोड़ी देर थी, बस्ती सरहिंद की ईंटों का ढेर थी। बाबा बंदा सिंह बहादुर साहब जी ने सारे पापियां नूं सोधा ला के सरहंद नूं मिट्टी विच मिला दिता, और सूबे दे पिंड नूं ढाया, समाणे शहर नूं बर्बाद किया भी इत्थों दे लोग किड्डे पापी आ जिन्हां ने साहिबजादियां नूं शहीद किया है। सो गुरु साहब जी कृपा करन, उन्हां दी कुर्बानी सदा ही साडे संसार दे जीवां दे वास्ते रोशन मुनारा है, चानण लैके आउंदी आ। जद डुलदा खून शहीदां दा, तकदीर बदलदी कौमां दी, रंबियां दे नाल खोपर लैंदे जा, तस्वीर बदलदी कौमां दी। सो गुरु साहब जी कृपा करन, समूह संगत माई भाई दा गुरु घर की प्रबंधक कमेटी वालों धन्नवाद किया जाता है, जिथे लड़ीवार कथा के राही असीं गुरु के इतिहास नूं सुणदे हां, उत्थे दशमेश पातशाह जी के बहादुर योधियां के चरणों विच समूह संगत वालों कोटान कोट प्रणाम किया जाता है। सारी संगत माई भाई आखो जी, नानक नाम चढ़दी कला, तेरे भाणी सरबत दा भला। वाहिगुरू जी का खालसा, वाहिगुरू जी की फतेह।